ਹਾਂਜੀ ਸਟੂਡੈਂਟ, ਸੋ ਅੱਜ ਅਸੀਂ ਕਰਨਾ ਸੀਗਾ ਨੈਕਸਟ ਟੌਪਿਕ ਸਾਡੇ ਬੁੱਕ ਦੇ ਵਿੱਚੋਂ ਥਿਊਰੀ ਪਾਰਟ ਦਾ। ਤੇ ਇਸ ਨੂੰ ਕਰਨ ਦੇ ਲਈ ਆਪਾਂ ਟੌਪਿਕ ਨੂੰ ਸ਼ੁਰੂ ਕਰਦੇ ਹਾਂ। ਮੈਂ ਸਕਰੀਨ ਸ਼ੇਅਰ ਕਰਨ ਲੱਗੀ ਹਾਂ ਤੇ ਤੁਹਾਨੂੰ ਸਾਰਾ ਟੌਪਿਕ ਹੈ ਜਿਹੜਾ ਸ਼ੋ ਹੋਏਗਾ ਤੁਹਾਡੀ ਸਕਰੀਨ ਦੇ ਉੱਪਰ। ਤੁਸੀਂ ਧਿਆਨ ਨਾਲ ਸੁਣਨਾ ਸਾਰਿਆਂ ਨੂੰ, ਠੀਕ ਹੈ? ਓਕੇ, ਸੋ ਬੱਚੇ ਆਪਾਂ ਪੜ੍ਹ ਰਹੇ ਸੀਗੇ ਕਿ ਸਬਸਕ੍ਰਿਪਸ਼ਨ ਦਾ ਟਰੀਟਮੈਂਟ ਹੈ ਜਿਹੜਾ ਉਹ ਕਿਸ ਤਰੀਕੇ ਨਾਲ ਕਰਨਾ ਹੈ। ਸਬਸਕ੍ਰਿਪਸ਼ਨ ਦੇ ਟਰੀਟਮੈਂਟ ਦੇ ਬਾਰੇ 'ਚ ਮੈਂ ਤੁਹਾਨੂੰ ਪ੍ਰੋਪਰ ਇੱਕ ਕੁਐਸਚਨ ਦੱਸਿਆ ਸੀਗਾ ਕੱਲ੍ਹ ਦੀ ਕਲਾਸ ਦੇ ਵਿੱਚ ਕਿ ਕਿੱਦਾਂ ਆਪਾਂ ਸਬਸਕ੍ਰਿਪਸ਼ਨ ਹੈ ਕਿਹੜੇ ਕਿਹੜੇ ਈਅਰ ਦੀ ਲੈਣੀ ਹੈ ਤੇ ਕਿਹੜੇ ਕਿਹੜੇ ਦੀ ਛੱਡਣੀ ਹੈ। ਤਾਂ ਆਪਾਂ ਇੱਕ ਰਿਵਿਊ ਲੈ ਲੈਂਦੇ ਹਾਂ ਥੋੜ੍ਹਾ ਜਿਹਾ ਇੱਕ ਇੱਥੋਂ, ਕਿ ਜਿੱਦਾਂ ਡਿਊਰਿੰਗ ਦਾ ਈਅਰ ਜਿਹੜੇ ਸਾਲ ਦੀ ਗੱਲ ਚੱਲ ਰਹੀ ਹੈ ਬੱਚੇ, ਉਸ ਦੀ ਜਿਹੜੀ ਡਿਊਰਿੰਗ ਦੀ ਈਅਰ ਦੀ ਸਬਸਕ੍ਰਿਪਸ਼ਨ ਆਪਾਂ ਨੇ ਮੇਨਲੀ ਲੈਣੀ ਹੈਗੀ, ਜਿਵੇਂ ਸਾਹਮਣੇ ਤੁਹਾਨੂੰ 30,000 ਸ਼ੋ ਹੋ ਰਿਹਾ, ਠੀਕ ਹੈ? ਔਰ ਉਸੇ ਸਾਲ ਦੀ ਜਿਹੜੀ ਐਟ ਦਾ ਐਂਡ ਵਾਲੀ ਸਬਸਕ੍ਰਿਪਸ਼ਨ ਹੈ ਉਹਨੂੰ ਵੀ ਤੁਸੀਂ ਨੇ ਕੰਸੀਡਰ ਕਰਨਾ, ਠੀਕ ਹੈ? ਸਬਸਕ੍ਰਿਪਸ਼ਨ ਐਟ ਦਾ ਐਂਡ। ਐਂਡ ਦੈਨ ਤੁਸੀਂ ਕੀ ਕਰੋਗੇ ਉਹਦੇ ਵਿੱਚ ਸਬਸਕ੍ਰਿਪਸ਼ਨ ਆਊਟਸਟੈਂਡਿੰਗ ਐਟ ਦਾ ਐਂਡ, ਸਬਸਕ੍ਰਿਪਸ਼ਨ ਐਟ ਦਾ ਐਂਡ ਜਿਹੜੀ ਆਊਟਸਟੈਂਡਿੰਗ ਹੈ ਉਹਨੂੰ ਲੈ ਕੇ ਚੱਲੋਗੇ। ਤੇ ਹੋਰ ਕੀ ਐਡ ਕਰੋਗੇ ਇਹਦੇ ਵਿੱਚ? ਰਿਸੀਵਡ ਇਨ ਐਡਵਾਂਸ ਇਨ ਦਾ ਬਿਗਨਿੰਗ, ਜਿਹੜੀ ਸਾਲ ਦੇ ਸ਼ੁਰੂ ਦੇ ਵਿੱਚ ਰਿਸੀਵ ਕੀਤੀ ਸੀਗੀ ਐਡਵਾਂਸ ਦੇ ਵਿੱਚ, ਉਹਨੂੰ ਵੀ ਕੀ ਕਰਨਾ ਇੱਥੇ ਐਡ ਕਰਨਾ। ਸੋ ਕਿਹੜੀਆਂ ਚੀਜ਼ਾਂ ਐਡ ਹੋਣਗੀਆਂ? ਜਿਹੜੀਆਂ ਕਰੰਟ ਈਅਰ ਦੇ ਨਾਲ ਰਿਲੇਟਡ ਨੇ, ਤੇ ਲੈਸ ਕਿਹੜੀਆਂ ਹੋਣਗੀਆਂ? ਜਿਹੜੀਆਂ ਲਾਸਟ ਜਾਂ ਆਉਣ ਵਾਲੇ ਈਅਰ ਦੇ ਨਾਲ ਰਿਲੇਟਡ ਹੋਣਗੀਆਂ। ਸੋ ਇਸ ਤਰੀਕੇ ਦੇ ਨਾਲ ਆਪਣੀ ਜਿਹੜੀ ਸਬਸਕ੍ਰਿਪਸ਼ਨ ਹੈ ਉਹਦਾ ਟਰੀਟਮੈਂਟ ਬਹੁਤ ਸਿੰਪਲ ਹੈ। ਹਰ ਇੱਕ ਕੁਐਸਚਨ ਦੇ ਅਕੋਰਡਿੰਗ ਇਹਦਾ ਡਿਫਰੈਂਟਲੀ ਟਰੀਟਮੈਂਟ ਹੁੰਦਾ। ਸੋ ਉਹ ਆਪਾਂ ਕਰਾਂਗੇ। ਹਾਂਜੀ, ਹੁਣ ਸਾਡੇ ਕੋਲ ਸਭ ਤੋਂ ਪਹਿਲੀ ਚੀਜ਼ ਜਿਹੜੀ ਆ ਗਈ ਰਾਜੇ ਉਹ ਹੈਗੀ ਆ ਡੋਨੇਸ਼ਨ। ਡੋਨੇਸ਼ਨ ਇਟ ਇਜ਼ ਅ ਸੋਰਟ ਆਫ ਗਿਫਟ in cash or property received from some person or organization। ਇੱਕ ਡੋਨੇਸ਼ਨ ਹੈ ਨਾ ਜੋ ਕੈਸ਼ ਦੇ ਰੂਪ ਚ ਹੋ ਸਕਦਾ ਹੈ ਜਾਂ ਕਿਸੇ ਪ੍ਰੋਪਰਟੀ ਦੇ ਰੂਪ ਚ ਹੋ ਸਕਦਾ ਹੈ। ਕੌਣ ਦਿੰਦਾ ਹੈ? ਕੋਈ ਵੀ ਪਰਸਨ ਦੇ ਸਕਦਾ ਹੈ। ਕਿਹਨੂੰ? ਕਿਸੇ ਵੀ ਆਰਗੇਨਾਈਜੇਸ਼ਨ ਨੂੰ। ਜਾਂ ਤਾਂ ਇੱਕ ਪਰਸਨ ਦੇ ਸਕਦਾ ਹੈ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਨੂੰ, ਜਾਂ ਫਿਰ ਕੋਈ ਪੂਰੀ ਦੀ ਪੂਰੀ ਆਰਗੇਨਾਈਜੇਸ਼ਨ ਵੀ ਕੀ ਕਰ ਸਕਦੀ ਹੈ? ਡੋਨੇਟ ਕਰ ਸਕਦੀ ਹੈ। ਇਟ ਅਪੀਅਰਸ ਔਨ ਦਾ ਰਿਸੀਟ ਸਾਈਡ ਆਫ ਦਾ ਰਿਸੀਟ ਐਂਡ ਪੇਮੈਂਟ ਅਕਾਊਂਟ। ਸੋ ਇਹਨੂੰ ਆਪਾਂ ਸ਼ੋ ਕਿੱਥੇ ਕਰਾਂਗੇ? ਰਿਸੀਟ ਸਾਈਡ ਤੇ, ਰਿਸੀਟ ਐਂਡ ਪੇਮੈਂਟ ਅਕਾਊਂਟ ਦੀ ਰਿਸੀਟ ਸਾਈਡ ਦੇ ਉੱਪਰ। ਸੋ ਇਹਨੂੰ ਹਮੇਸ਼ਾ ਧਿਆਨ ਰੱਖਣਾ। ਉਸ ਤੋਂ ਬਾਅਦ ਹੈਗਾ ਰਾਜੇ ਡੋਨੇਸ਼ਨ ਕੈਨ ਬੀ ਸਪੈਸੀਫਿਕ, ਕੈਨ ਬੀ ਫॉर ਸਪੈਸੀਫਿਕ ਪਰਪਜ਼। ਹੁਣ ਜਿਹੜਾ ਡੋਨੇਸ਼ਨ ਹੈ ਬੱਚੇ, ਇਹ ਕਿੰਨੇ ਤਰੀਕਿਆਂ ਦੇ ਲਈ ਹੋ ਸਕਦਾ ਹੈ? ਇਹ ਜਾਂ ਤਾਂ ਦੇਖੋ ਸਪੈਸੀਫਿਕ ਪਰਪਜ਼ ਦੇ ਲਈ ਹੋ ਸਕਦਾ ਹੈ ਤੇ ਜਾਂ ਫਿਰ ਜਰਨਲ ਪਰਪਜ਼ ਦੇ ਲਈ, ਠੀਕ ਹੈ? ਸਪੈਸੀਫਿਕ ਪਰਪਜ਼ ਐਜ਼ ਵੈਲ ਐਜ਼ ਜਰਨਲ ਪਰਪਜ਼। ਸਪੈਸੀਫਿਕ ਪਰਪਜ਼ ਦੇ ਲਈ ਕਿਵੇਂ ਹੁੰਦਾ? ਦੇਖੋ, a specific purpose, specific donation, if donation received is to be utilized to achieve specified purpose, it is called specific donation। ਕਿਸੇ ਸਪੈਸ਼ਲ ਪਰਪਸ ਦੇ ਲਈ ਜਦੋਂ ਆਪਾਂ ਰਿਸੀਵ ਕੀਤਾ ਤਾਂ ਉਹਨੂੰ ਸਪੈਸੀਫਾਈਡ ਡੋਨੇਸ਼ਨ ਕਿਹਾ ਜਾਂਦਾ ਹੈ। ਤਾਂ ਸਪੈਸੀਫਿਕ ਪਰਪਸ ਕੈਨ ਬੀ ਐਨ extension of the existing building, construction of new computer library, creation of a book bank, etc। ਮੰਨ ਲਓ ਕਿਸੇ ਵੀ ਕੋਈ ਪਿੰਡ ਜਾਂ ਸ਼ਹਿਰ ਦੇ ਵਿੱਚ ਅਗਰ ਕੋਈ ਲੀਡਰ ਆ ਰਿਹਾ ਹੈ, ਠੀਕ ਹੈ, ਤਾਂ ਉਹ ਇੱਕ ਫੰਡ ਦੇ ਕੇ ਗਿਆ, ਤਾਂ ਉਹ ਉੱਥੇ ਕੀ ਹੋਏਗਾ? ਸੋ ਬੇਟਾ ਜਿੱਦਾਂ ਕੋਈ ਵੀ ਲੀਡਰ ਆਇਆ ਕਿਸੇ ਵੀ ਸ਼ਹਿਰ ਦੇ ਵਿੱਚ ਜਾਂ ਪਿੰਡ ਦੇ ਵਿੱਚ, ਤਾਂ ਉਹ ਕੀ ਕਰੇਗਾ? ਉਹ ਕੁਛ ਨਾ ਕੁਛ ਅਮਾਊਂਟ ਹੈ ਜਿਹੜੀ ਦੇ ਕੇ ਜਾਂਦਾ। ਉਹ ਕਹਿੰਦਾ ਵੀ ਆ ਤੁਸੀਂ ਇੰਨੇ ਲੱਖ ਰੁਪਇਆ ਲਓ ਤੇ ਤੁਸੀਂ ਆਪਣੇ ਲਾਇਬ੍ਰੇਰੀ ਬਣਾ ਲਓ, ਆਪਣੇ ਸਕੂਲ ਬਣਾ ਲਓ। ਸੋ ਜਿਸ ਪਰਪਜ਼ ਦੇ ਲਈ ਉਹਨੇ ਪੇਮੈਂਟ ਕੀਤੀ ਹੈ ਜਾਂ ਜਿਸ ਪਰਪਜ਼ ਦੇ ਲਈ ਕੋਈ ਵੀ ਪਰਸਨ ਪੈਸੇ ਦੇ ਕੇ ਗਿਆ, ਉਸੇ ਪਰਪਜ਼ ਦੇ ਲਈ ਉਹਨਾਂ ਉਸ ਮਨੀ ਨੂੰ ਹੈ ਜਿਹੜੀ ਨੂੰ ਤੁਸੀਂ ਨੇ ਖਰਚ ਕਰਨਾ, ਠੀਕ ਹੈ? ਤਾਂ ਇਹਨੂੰ ਕੀ ਬੋਲਿਆ ਜਾਂਦਾ? ਸਪੈਸੀਫਿਕ ਡੋਨੇਸ਼ਨ। ਅਗਲਾ ਹੈਗਾ ਜਨਰਲ ਡੋਨੇਸ਼ਨ। ਸੱਚ ਡੋਨੇਸ਼ਨਸ ਆਰ ਟੂ ਬੀ ਯੂਟੀਲਾਈਜ਼ਡ। ਇਹ ਡੋਨੇਸ਼ਨ ਨੇ ਬੱਚੇ ਜਿਹੜੇ ਯੂਟੀਲਾਈਜ਼ ਕੀਤੇ ਜਾਂਦੇ ਨੇ ਟੂ ਪ੍ਰਮੋਟ ਦਾ ਜਰਨਲ ਪਰਪਜ਼ ਆਫ ਦਾ ਆਰਗੇਨਾਈਜੇਸ਼ਨ। ਆਰਗੇਨਾਈਜੇਸ਼ਨ ਦੇ ਜਿਹੜੇ ਜਰਨਲ ਪਰਪਜ਼ ਹੁੰਦੇ ਨੇ, ਆਮ ਜਿਹੀਆਂ ਗੱਲਾਂ ਵਾਸਤੇ ਜਦੋਂ ਆਪਾਂ ਯੂਜ਼ ਕਰਦੇ ਹਾਂ ਜਨਰਲ ਡੋਨੇਸ਼ਨ, ਉਹਨੂੰ ਕਿਹਾ ਜਾਂਦਾ
these are treated as a revenue receipt as it is a regular source of income। ਸੋ ਬੇਟਾ ਜਿਹੜੇ ਜਨਰਲ ਡੋਨੇਸ਼ਨ ਹੁੰਦੇ ਨੇ ਇਹ ਰੈਵਨਿਊ ਰਸੀਟਸ ਹੁੰਦੇ ਨੇ। ਰੈਵਨਿਊ ਰਸੀਟਸ ਕਿਵੇਂ? ਕਿਉਂਕਿ ਇਹ ਮੰਥਲੀ ਆਉਂਦੇ ਰਹਿੰਦੇ ਨੇ, ਠੀਕ ਹੈ, ਲਗਾਤਾਰ ਡੋਨੇਸ਼ਨ ਆਉਂਦਾ ਹੀ ਰਹਿੰਦਾ ਹੈ, ਤਾਂ ਇਹਨੂੰ ਕੀ ਕਹਾਂਗੇ ਆਪਾਂ? ਜਨਰਲ ਪਰਪਸ ਡੋਨੇਸ਼ਨ। ਤੇ ਰਸੀਟ ਸਾਈਡ ਤੇ ਆਪਾਂ ਇਹਨੂੰ ਲਿਖਾਂਗੇ, ਠੀਕ ਹੈ। ਕਿਹਦੇ ਰਸੀਟ ਸਾਈਡ ਤੇ? ਆਪਣੇ receipt and payment account ਦੇ। then income side of the income and expenditure side, income and expenditure account। ਤਾਂ ਹੋਰ ਕਿੱਥੇ ਇਹਨੂੰ ਆਪਾਂ ਨੋਟ ਕਰਾਂਗੇ? income side income and expenditure account ਦੀ। second point ਹੈ ਬੇਟਾ legacies। legacy ਕੀ ਹੁੰਦੀ ਹੈ? legacy ਇੱਕ ਟਰਮ ਹੈਗੀ ਜਿਹੜੀ ਯੂਜ਼ ਕੀਤੀ ਜਾਂਦੀ ਹੈ। it is the amount received as per the will of deceased person। ਕੋਈ person ਹੈ, ਉਹਦੀ ਡੈਥ ਹੋ ਚੁੱਕੀ ਹੈ, ਉਹਨੇ ਆਪਣੀ ਵਸੀਅਤ ਹੈ ਜਿਹੜੀ ਉਹ ਭੇਜੀ ਹੈਗੀ, ਉਹਦੇ ਅਕੋਰਡਿੰਗ ਕੀ ਲਿਖਿਆ ਹੋਇਆ ਹੈ? ਇਟ ਅਪੀਅਰ ਔਨ ਦ ਰਸੀਟ ਸਾਈਡ ਆਫ receipt and payment account and is directly added to capital fund। ਸੋ ਬੇਟਾ ਜਿਹੜੀ ਲਿਜੇਸੀ ਹੁੰਦੀ ਹੈ ਨਾ, ਉਹ ਇਹ ਕੀ ਹੁੰਦੀ ਹੈ? ਇੱਕ ਵਿਲ ਹੁੰਦੀ ਹੈ ਡਿਸੀਜ਼ਡ ਪਰਸਨ ਦੀ। ਉਹਨੇ ਲਿਖਤਾ ਕਿ ਮੈਂ ਇਸ ਆਰਗੇਨਾਈਜੇਸ਼ਨ ਨੂੰ, ਮੇਰੀ ਮਰਨ ਤੋਂ ਬਾਅਦ ਮੇਰੀ ਜਿਹੜੀ ਪ੍ਰਾਪਰਟੀ ਹੈ ਉਹ ਇਸ ਆਰਗੇਨਾਈਜੇਸ਼ਨ ਦੇ ਨਾਮ ਹੋ ਜੂ, ਮੇਰੀ ਜ਼ਮੀਨ ਹੈ ਜਿਹੜੀ, ਜਾਂ ਮੇਰਾ ਇੰਨਾ ਪੈਸਾ ਬੈਂਕ ਬੈਲੈਂਸ ਹੈ, ਕੁਛ ਵੀ ਹੈ, ਉਹ ਉਹਦੀ ਵਿਲ ਜਿਹੜੀ ਹੁੰਦੀ ਹੈ ਵਸੀਅਤ ਦੇ ਅਕੋਰਡਿੰਗ ਜਿਹੜਾ ਹੈਗਾ, ਜੋ ਵੀ ਚੀਜ਼ ਵਸੀਅਤ ਦੇ ਵਿੱਚ ਹੈਗੀ ਹੈ ਉਹ ਕਿਹਦੀ ਹੋ ਜਾਏਗੀ? ਆਰਗੇਨਾਈਜੇਸ਼ਨ ਦੀ। ਸੋ ਬੱਚੇ ਇਹਨੂੰ ਆਪਾਂ ਜਰਨਲ ਫੰਡ ਨਹੀਂ ਕਹਿੰਦੇ, ਇਹਨੂੰ ਆਪਾਂ ਕੈਪੀਟਲ ਫੰਡ ਦੇ ਵਿੱਚ ਜਾਂ ਜਰਨਲ ਫੰਡ ਦੇ ਵਿੱਚ ਐਡ ਕਰਾਂਗੇ। ਕਿੱਥੇ? ਬੈਲੈਂਸ ਸ਼ੀਟ 'ਚ। ਮੋਰ ਓਵਰ ਇਹ ਕੀ ਰਾਜੇ ਰੈਕਰਿੰਗ ਨੇਚਰ ਦੀ ਹੁੰਦੀ ਹੈ ਇਹ, ਠੀਕ ਹੈ ਨਾ ਕਿ ਸੌਰੀ, ਇਹ ਰੈਕਰਿੰਗ ਨੇਚਰ ਦੀ ਨਹੀਂ ਹੁੰਦੀ। ਕਿ ਕਿਹੜੀ ਦੀ ਹੁੰਦੀ ਹੈ? ਕੈਪੀਟਲ ਨੇਚਰ ਦੀ ਇਹ ਟ੍ਰਾਂਜੈਕਸ਼ਨ ਹੁੰਦੀ ਹੈ। ਕਿਉਂਕਿ ਕੋਈ ਵੀ ਇਨਸਾਨ ਰੋਜ਼ ਰੋਜ਼ ਥੋੜੀ ਨਾ ਮਤਲਬ ਆਪਣੀ ਵਿਲ ਹੈ ਜਿਹੜੀ ਉਹ ਬਣਾਉਣ ਲੱਗਿਆ, ਜਾਂ ਫਿਰ ਦੁਨੀਆ ਤੇ ਹੁਣ ਲੋਕ ਬਹੁਤ ਸਾਰੇ ਨੇ ਜਿਨ੍ਹਾਂ ਦੀ ਰੋਜ਼ ਡੈਥ ਹੁੰਦੀ ਹੈ, ਸਾਰੇ ਥੋੜੀ ਦੇ ਕੇ ਜਾਂਦੇ ਨੇ। ਕਦੇ ਕਦਾਏ ਕੋਈ ਪਰਸਨ ਹੁੰਦਾ ਜਿਹੜਾ ਕੀ ਕਰਦਾ ਹੈ, ਇੱਦਾਂ ਦੀ ਆਪਣੀ ਪ੍ਰਾਪਰਟੀ ਹੈ ਜਿਹੜੀ ਆਪਣੀ ਆਰਗੇਨਾਈਜੇਸ਼ਨ ਦੇ ਨਾਮ ਹੈ ਕਰਵਾ ਜਾਂਦਾ ਹੁੰਦਾ, ਠੀਕ ਹੈ। ਸੋ ਇਹ ਕੈਪੀਟਲ ਨੇਚਰ ਦੀ ਜਿਹੜੀ ਕੀ ਆਪਣੀ ਟ੍ਰਾਂਜੈਕਸ਼ਨ, ਠੀਕ ਹੈ ਬੱਚੇ। ਸੋ ਇਹਨੂੰ ਕੀ ਕਹਿੰਦੇ ਆ? ਐਜ਼ ਇਹਨੂੰ ਇਨਕਮ ਐਂਡ। ਜੇ ਇਹ ਬਹੁਤ ਹੀ ਜ਼ਿਆਦਾ ਸਮਾਲ ਅਮਾਉਂਟ ਦੀ ਹੋਵੇ, ਹਾਊਐਵਰ legacy of small amount, however legacies of a small amount may be treated as income and shown on the income side of the income and expenditure account। ਤੇ ਇਹਨਾਂ ਨੂੰ ਆਪਾਂ ਕਿਹੜੀ ਸਾਈਡ ਸ਼ੋ ਕਰਾਂਗੇ? ਜੇ ਬਹੁਤ ਹੀ ਘੱਟ ਅਮਾਉਂਟ ਹੈ, 10,000 20,000, ਠੀਕ ਹੈ, ਤਾਂ ਉੱਥੇ ਇਹਨੂੰ ਆਪਾਂ ਕੀ ਲੈ ਕੇ ਚੱਲਾਂਗੇ? ਇਨਕਮ ਐਂਡ ਐਕਸਪੈਂਡੀਚਰ ਦਾ ਪਾਰਟ, ਠੀਕ ਹੈ ਜੀ। ਤਾਂ ਫਿਰ ਇਹਨੂੰ ਆਪਾਂ ਇਨਕਮ ਮੰਨ ਲਵਾਂਗੇ। ਸੋ ਲਿਜੇਸੀ ਦੇ ਬਾਰੇ 'ਚ ਇੱਕ ਗੱਲ ਧਿਆਨ ਰੱਖਣੀ ਹੈ, ਜੇ ਤਾਂ ਲਿਜੇਸੀ ਦੀ ਅਮਾਊਂਟ ਕਾਫੀ ਜ਼ਿਆਦਾ ਹੈ ਤਾਂ ਆਪਾਂ ਇਹਨੂੰ ਰਸੀਦ ਐਂਡ ਪੇਮੈਂਟ ਅਕਾਊਂਟ 'ਚ ਲਾਵਾਂਗੇ, ਤੇ ਅਗਰ ਜੇ ਅਮਾਊਂਟ ਬਹੁਤ ਘੱਟ ਹੈ ਤਾਂ ਕੀ ਹੋਏਗਾ? ਆਪਾਂ ਇਹਨੂੰ ਇਨਕਮ ਐਂਡ ਐਕਸਪੈਂਡੀਚਰ ਦਾ ਪਾਰਟ ਮੰਨ ਕੇ ਇਨਕਮ ਐਂਡ ਐਕਸਪੈਂਡੀਚਰ 'ਚ ਐਡ ਕਰਾਂਗੇ। ਓਕੇ। ਸੋ ਸੈਕਿੰਡ ਹੈ ਲਾਈਫ ਮੈਂਬਰਸ਼ਿਪ ਫੀਸ। ਵਾਟ ਡੂ ਯੂ ਮੀਨ ਬਾਈ ਲਾਈਫ ਮੈਂਬਰਸ਼ਿਪ ਫੀਸ? ਜਿਹੜੀ ਫੀਸ ਕੀ ਹੁੰਦੀ ਹੈ, ਕਿਸੇ ਆਰਗੇਨਾਈਜੇਸ਼ਨ ਨੂੰ ਜੁਆਇਨ ਕਰਨ ਦੇ ਲਈ ਪੇ ਕਰਨੀ ਪੈਂਦੀ ਹੈ, ਠੀਕ ਹੈ। Some members prefer to pay lump sum amount as life membership fee instead of paying periodic subscription। ਕਈ ਲੋਕ ਨੇ ਜਿਹੜੀ ਪੀਰੀਓਡਿਕ ਸਬਸਕ੍ਰਿਪਸ਼ਨ ਦੇ ਦਿੰਦੇ ਨੇ, ਸਾਲ ਬਾਅਦ 5,000 ਰੁਪਇਆ, ਸਾਲ ਬਾਅਦ 2,000 ਰੁਪਇਆ, ਠੀਕ ਹੈ। ਬਟ ਕਈ ਲੋਕੀ ਕੀ ਕਹਿੰਦੇ ਨੇ ਕਿ ਤੁਸੀਂ ਇਕੱਠੀ ਪੇਮੈਂਟ ਜਮ੍ਹਾਂ ਕਰਾ ਦਿਓ ਤਾਂ ਵੀ ਤੁਸੀਂ ਮੈਂਬਰ ਬਣੇ ਜਾਓਗੇ, ਚਾਹੇ ਤੁਸੀਂ ਮੰਥਲੀ ਜਾਂ ਈਅਰਲੀ ਦੇ ਦਿਓ ਤਾਂ ਵੀ ਮੈਂਬਰ ਬਣੇ ਜਾਓਗੇ। ਤਾਂ ਕੁਛ ਲੋਕ ਹੁੰਦੇ ਨੇ ਜਿਹੜੇ ਪੂਰੀ ਲਾਈਫ ਟਾਈਮ ਦੀ ਜਿਹੜੀ ਫੀਸ ਹੈ ਉਹ ਇੱਕ ਵਾਰੀ 'ਚ ਦੇ ਦਿੰਦੇ ਨੇ, ਤਾਂ ਉਹਨੂੰ ਕੀ ਬੋਲਿਆ ਜਾਂਦਾ ਹੈ? ਲਾਈਫ ਮੈਂਬਰਸ਼ਿਪ ਫੀਸ। ਜਦੋਂ ਇੱਦਾਂ ਦੀਆਂ ਆਰਗੇਨਾਈਜੇਸ਼ਨ ਹੁੰਦੀਆਂ ਨੇ ਤਾਂ ਉਹਦੇ ਉਸ ਕੇਸ ਦੇ ਵਿੱਚ ਆਪਾਂ ਕੀ ਕਰਾਂਗੇ ਰਾਜੇ? Some members prefer to pay lump sum amount as life membership fees instead of paying periodic subscription। Such amount is treated as capital receipt and credited ਡਾਇਰੈਕਟਲੀ ਟੂ ਕੈਪੀਟਲ ਔਰ ਜਨਰਲ ਫੰਡ। ਤਾਂ ਇਹਨੂੰ ਆਪਾਂ ਕੈਪੀਟਲ ਰਸੀਟ ਹੀ ਮੰਨਣਾ। ਇਹਦੇ ਕੇਸ ਦੇ ਵਿੱਚ ਕੋਈ ਵੀ ਐਕਸੈਪਸ਼ਨ ਨਹੀਂ ਹੈਗੀ, ਠੀਕ ਹੈ। ਲਿਜੇਸੀ ਦੇ ਵਿੱਚ ਹੈਗੀ ਸੀ ਕਿ ਜੇ ਅਮਾਊਂਟ ਹੈ ਜਿਹੜੀ ਉਹ ਬਹੁਤ ਸਮੋਲ ਹੈ ਤਾਂ ਤੁਸੀਂ ਉਹਨੂੰ ਕੈਪੀਟਲ ਰਸੀਟ ਨਾ ਮੰਨਿਓ, ਬਟ ਇਸ ਕੇਸ ਦੇ ਵਿੱਚ ਨਹੀਂ ਹੈਗੀ। ਇੱਥੇ ਕੀ ਕਰੋਗੇ ਤੁਸੀਂ? ਲਾਈਫ ਮੈਂਬਰਸ਼ਿਪ ਵੀ ਫੀਸ ਦੀ ਜਿਹੜੀ ਵੀ ਅਮਾਊਂਟ ਆ ਰਹੀ ਹੈ
ਉਹ ਕੈਪੀਟਲ ਫੰਡ ਦੇ ਵਿੱਚ ਐਡ ਹੋਊਗੀ ਬੈਲੈਂਸ ਸ਼ੀਟ ਦੇ ਵਿੱਚ। ਓਕੇ, ਤਾਂ ਉਸ ਤੋਂ ਬਾਅਦ ਹੈਗੀ ਹੈ ਜੀ ਐਂਟਰੈਂਸ ਫੀਸ। ਐਂਟਰੈਂਸ ਫੀਸ ਆਲਸੋ ਨੋਨ ਐਜ਼ ਐਡਮਿਸ਼ਨ ਫੀਸ। ਤੈਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ? ਐਡਮਿਸ਼ਨ ਫੀਸ ਦੇ ਨਾਮ ਨਾਲ ਜਾਣਿਆ ਜਾਂਦਾ। ਐਡਮਿਸ਼ਨ ਫੀ ਇਜ਼ ਪੇਡ ਓਨਲੀ once by the member at the time of becoming a member। ਜਦੋਂ ਵੀ ਕੋਈ ਪਰਸਨ ਇੱਕ ਮੈਂਬਰ ਬਣ ਰਿਹਾ ਹੈ ਤਾਂ ਕੀ ਹੋਏਗਾ, ਉਹ ਆਪਣੀ ਫੀਸ ਹੈ ਜਿਹੜੀ ਪੇ ਕਰੇਗਾ। ਠੀਕ ਹੈ, ਤਾਂ ਇਹਨੂੰ ਆਪਾਂ ਐਂਟਰੈਂਸ ਫੀਸ ਬੋਲਦੇ ਹਾਂ। ਇਨ ਕੇਸ ਆਫ ਆਰਗੇਨਾਈਜੇਸ਼ਨ ਲਾਈਕ ਕਲੱਬਸ ਐਂਡ ਸਮ charitable institution is limited and the amount of entrance fee is quite high। ਕੁਝ ਕੁ ਆਰਗੇਨਾਈਜੇਸ਼ਨ ਹੁੰਦੀਆਂ ਨੇ ਜਿਨ੍ਹਾਂ ਦੇ ਕੀ ਹੁੰਦਾ ਹੈ, ਚੈਰੀਟੇਬਲ ਇੰਸਟੀਟਿਊਸ਼ਨ ਜਿਨ੍ਹਾਂ ਦੀ ਲਿਮਟਡ ਹੁੰਦੀ ਹੈ ਤੇ ਐਂਡ ਅਮਾਊਂਟ ਆਫ entrance fees is quite high। so entrance fees ਦੀ amount ਹੈ ਜਿਹੜੀ ਕਾਫੀ ਜ਼ਿਆਦਾ ਹੁੰਦੀ ਹੈ। hence it is treated as non recurring item and is credited directly to capital fund। ਹੁਣ ਜਦੋਂ ਕਾਫੀ ਜ਼ਿਆਦਾ ਹਾਈ ਮਤਲਬ ਅਮਾਊਂਟ ਦੀ ਹੁੰਦੀ ਹੈ entrance fees ਤਾਂ ਉੱਥੇ ਉਹਨੂੰ ਆਪਾਂ ਕੈਪੀਟਲ ਫੰਡ ਦੇ ਵਿੱਚ ਲੈ ਕੇ ਚੱਲਾਂਗੇ। ਠੀਕ ਹੈ, ਤਾਂ ਕੀ ਮੰਨਾਂਗੇ ਉਹਨੂੰ ਆਪਾਂ ਬੈਲੈਂਸ ਸ਼ੀਟ ਦਾ ਪਾਰਟ ਮੰਨਾਂਗੇ। ਠੀਕ ਹੈ, ਲਾਇਬਿਲਿਟੀ। So, however, for some organization like educational institutions, the entrance fees is a regular income and the amount involved may be small। ਕੁਝ ਕੁ ਆਰਗੇਨਾਈਜੇਸ਼ਨ ਨੇ ਉਹਨਾਂ ਦੀ ਜਿਹੜੀ ਅਮਾਊਂਟ ਹੈ ਬਿਲਕੁਲ ਸਮਾਲ ਹੁੰਦੀ ਹੈ, ਤਾਂ ਉੱਥੇ ਕੀ ਕਰਾਂਗੇ, in this case it is customary to treat this item as revenue। ਇੱਥੋਂ ਤੱਕ ਆਪਾਂ ਨੂੰ ਸਾਫ਼ ਪਤਾ ਚੱਲ ਰਿਹਾ ਕਿ ਆਪਾਂ ਜਿਹੜੀ ਅਮਾਊਂਟ ਹੈ ਉਹਨੂੰ ਕੀ ਮੰਨਾਂਗੇ, ਰੈਵਨਿਊ ਕੰਸੈਪਟ ਮੰਨ ਕੇ ਚੱਲਾਂਗੇ, ਰੈਵਨਿਊ ਰਸੀਟ ਮੰਨ ਕੇ ਚੱਲਾਂਗੇ। ਜਿਹੜੀ ਚੀਜ਼ ਰੈਵਨਿਊ ਹੈ ਤਾਂ ਉਹਦਾ ਟ੍ਰੀਟਮੈਂਟ ਕਿੱਥੇ ਜਾਊਗਾ, ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ। ਹਾਊਐਵਰ ਇਫ ਦੇयर ਇਜ਼ ਸਪੈਸੀਫਿਕ ਇੰਸਟਰਕਸ਼ਨ, ਜੇ ਕੋਈ ਸਪੈਸੀਫਿਕ ਇੰਸਟਰਕਸ਼ਨ ਮਿਲੀ ਹੋਈ ਹੈ ਤਾਂ ਵੀ ਆਪਾਂ ਨੂੰ ਕੈਪੀਟਲ ਫੰਡ ਦਾ ਪਾਰਟ ਮੰਨਾਂਗੇ, ਉਹਨੂੰ ਰਸੀਟ ਐਂਡ ਪੇਮੈਂਟ ਅਕਾਊਂਟ ਦੇ ਵਿੱਚ ਲਿਖਾਂਗੇ। ਠੀਕ ਹੈ ਜੀ, ਸੋ ਇੱਥੇ ਤੱਕ ਬੱਚੇ ਸਮਝ ਆ ਗਿਆ ਸਭ ਨੂੰ। Next point is sale of old asset। Okay ਜੀ, sale of old asset ਕੀ ਕਹਿੰਦੀ ਹੈ ਸਾਨੂੰ, sale of old asset, receipt from the sale of an old asset appear in the receipt and payment account of the year in which it is sold। ਠੀਕ ਹੈ ਜੀ, ਜਿਹੜੇ ਈਅਰ ਦੇ ਵਿੱਚ ਆਪਾਂ ਇਹਨੂੰ ਸੇਲ ਕੀਤਾ ਉਸ ਈਅਰ ਦੇ ਵਿੱਚ ਆਪਾਂ ਇਹਨੂੰ ਰਸੀਟ ਐਂਡ ਪੇਮੈਂਟ ਅਕਾਊਂਟ ਦੀ ਰਸੀਟ ਸਾਈਡ ਤੇ ਸ਼ੋ ਕਰਾਂਗੇ। ਠੀਕ ਹੈ ਜੀ, ਬਟ ਐਨੀ ਗੇਨ ਔਰ ਲਾਸ, ਜੇ ਕੋਈ ਐਸਟ ਨੂੰ ਸੇਲ ਕਰਨ ਤੇ ਲਾਸ ਹੋਇਆ ਜਾਂ ਫਿਰ ਗੇਨ ਹੋਇਆ ਮੀਨਸ ਪ੍ਰੋਫਿਟ ਹੋਇਆ ਤਾਂ ਆਪਾਂ ਉਹਨੂੰ ਕਿੱਥੇ ਸ਼ੋ ਕਰਾਂਗੇ, ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੀ ਡੈਬਿਟ ਜਾਂ ਕ੍ਰੈਡਿਟ ਸਾਈਡ ਤੇ। ਜੇ ਲਾਸ ਹੋਇਆ ਤਾਂ ਐਕਸਪੈਂਡੀਚਰ ਸਾਈਡ, ਜੇ ਗੇਨ ਹੋਇਆ ਤਾਂ ਇਨਕਮ ਸਾਈਡ। ਹੁਣ ਐਗਜ਼ਾਮਪਲ ਦੇ ਰੱਖੀ ਹੈ ਜੀ ਸਾਨੂੰ, ਫੋਰ ਐਗਜ਼ਾਮਪਲ ਇਫ ਐਨ item furniture with a good book with a book value of 800 is sold for 700। ਠੀਕ ਹੈ, 800 ਦੀ ਬੁੱਕ ਵੈਲਿਊ ਸੀਗੀ ਕਿਸੇ ਫਰਨੀਚਰ ਦੀ, ਤੁਸੀਂ 700 ਦਾ ਵੇਚਤਾ। ਦਿਸ ਅਮਾਊਂਟ ਆਫ 700 will be shown as receipt in receipts and payment account। ਠੀਕ ਹੈ ਜੀ, ਤਾਂ ਕੀ ਕਰਾਂਗੇ, ਇਹਨੂੰ ਰਸੀਟ ਐਂਡ ਪੇਮੈਂਟ ਅਕਾਊਂਟ ਦੇ ਵਿੱਚ ਸ਼ੋ ਕਰ ਦਾਂਗੇ। ਜਾਂ ਬਾਕੀ ਜਿਹੜਾ 100 ਰੁਪੀਜ਼ ਐਕਸਪੈਂਡੀਚਰ ਹੋਇਆ ਜਾਂ ਲਾਸ ਹੋਇਆ ਉਹਨੂੰ ਆਪਾਂ ਇਨਕਮ ਐਂਡ ਐਕਸਪੈਂਡੀਚਰ ਦੀ ਐਕਸਪੈਂਡੀਚਰ ਸਾਈਡ ਸ਼ੋ ਕਰ ਦਾਂਗੇ। ਠੀਕ ਹੈ, ਕਹਿੰਦੇ ਇਸ ਤੋਂ ਬਾਅਦ ਹੈਗਾ ਨੈਕਸਟ 700 will be shown in the receipt and payment account and 100 on the expenditure side of income and expenditure account as a loss on sale of old asset, and while showing furniture in the balance sheet rupees 800 will be deducted from its total book value। ਤਾਂ ਕਿਹਦੇ ਚੋਂ ਘਟਾ ਦਾਂਗੇ ਫਿਰ ਆਪਾਂ ਇਹਦੀ total book value। sale of periodicals, ਠੀਕ ਹੈ ਜੀ, it is an item of recurring nature and shown as the income side of income and expenditure account। ਜਿਹੜੀ ਹੁਣ ਪੀਰੀਓਡੀਕਲਸ ਹੁੰਦੇ ਨੇ, ਸੇਲ ਆਫ ਪੀਰੀਓਡੀਕਲਸ, ਇਹ ਨਾ ਇਹ ਰਸਾਲੇ ਵੀ ਕਹਿ ਸਕਦੇ ਆਪਾਂ ਇਹਨਾਂ ਨੂੰ। ਠੀਕ ਹੈ, ਸੋ ਇਹ ਪੀਰੀਓਡੀਕਲਸ ਹੁੰਦੇ ਨੇ, ਇਹ ਕੋਈ ਕੰਪਨੀ ਹੈ ਜਿਹੜੀ ਉਹ ਸੇਲ ਕਰ ਦਿੰਦੀ ਹੁੰਦੀ ਹੈ ਆਪਣੇ ਪੀਰੀਓਡੀਕਲਸ ਕਿ ਅਸੀਂ ਆਹ ਕਾਰੋਬਾਰ ਕਰ ਰਹੇ ਹਾਂ। ਠੀਕ ਹੈ, ਤਾਂ ਉਹਨਾਂ ਦੀ ਸੇਲ ਤੋਂ ਜਿਹੜੀ ਵੀ
ਇਨਕਮ ਪ੍ਰਾਪਤ ਹੁੰਦੀ ਹੈ ਤਾਂ ਆਪਾਂ ਉਹਦਾ ਟ੍ਰੀਟਮੈਂਟ ਕਿੱਦਾਂ ਕਰਨਾ ਹੈ ਉਹਦੇ ਬਾਰੇ ਦੱਸਿਆ ਜਾ ਰਿਹਾ ਸਾਨੂੰ ਇਹਦੇ ਵਿੱਚ। ਹਾਂਜੀ, it is an item of recurring nature and shown as the income side of income and expenditure account। ਕਿੱਥੇ ਸ਼ੋ ਕਰੋਗੇ ਇਹਨੂੰ? ਇਨਕਮ ਸਾਈਡ ਤੇ, ਕਿਹਦੀ ਤੇ? ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੀ ਤੇ। ਠੀਕ ਹੈ, ਸੋ ਸੇਲ ਆਫ ਪੀਰੀਓਡਿਕਲਸ ਆਪਾਂ ਕੀ ਮੰਨ ਸਕਦੇ ਹਾਂ? ਇੱਕ ਇਨਕਮ ਮੰਨ ਸਕਦੇ ਹਾਂ। Sale of sports material, sale of sports material, used material like old balls, bats, nets। ਹੁਣ ਸਪੋਰਟਸ ਮਟੀਰੀਅਲ ਨੂੰ ਕਦੋਂ ਸੇਲ ਕਰਾਂਗੇ ਆਪਾਂ? ਓਬਵੀਅਸਲੀ ਜਦੋਂ ਉਹ ਪੁਰਾਣਾ ਹੋ ਗਿਆ, ਠੀਕ ਹੈ, ਉਹ ਯੂਜ਼ ਦੇ ਵਿੱਚ ਨਹੀਂ ਆ ਰਿਹਾ ਤਾਂ ਆਪਾਂ ਉਹਦੇ ਲਈ ਕੀ ਕਰਾਂਗੇ? ਸੇਲ ਕਰਾਂਗੇ। ਠੀਕ ਹੈ, ਸੇਲ ਆਫ ਓਲਡ, ਸੇਲ ਆਫ ਸਪੋਰਟਸ ਮਟੀਰੀਅਲ, ਯੂਜ਼ਡ ਮਟੀਰੀਅਲ ਲਾਈਕ ਓਲਡ ਬਾਲਸ, ਬੈਟਸ, nets etc is the regular feature with any sport club। ਤਾਂ ਇਹ ਜਿਹੜਾ ਵੀ ਸਪੋਰਟ ਕਲੱਬ ਹੁੰਦੇ ਨੇ ਉਹਨਾਂ ਦੇ ਲਈ ਹੁੰਦੀ ਹੈ ਚੀਜ਼। it is usually shown as an income in the income and expenditure account। ਹੁਣ ਇਹਨੂੰ ਸ਼ੋ ਕੀਤਾ ਜਾਂਦਾ ਹੈ ਕਿ ਇਹ ਇਨਕਮ ਹੈ ਜਦੋਂ ਇਦਾਂ ਬੈਟਸ ਵਗੈਰਾ ਪੁਰਾਣੇ ਵੇਚੇ ਜਾਂਦੇ ਨੇ। ਠੀਕ ਹੈ, ਤਾਂ ਇਨਕਮ ਐਂਡ ਐਕਸਪੈਂਡੀਚਰ ਦੀ ਇਹ ਇੱਕ ਇਨਕਮ ਹੈ ਤੇ ਇਹਨੂੰ ਆਪਾਂ ਇਨਕਮ ਸਾਈਡ ਸ਼ੋ ਕਰਾਂਗੇ ਜਦੋਂ ਅਕਾਊਂਟ ਬਣਾਵਾਂਗੇ। ਠੀਕ ਹੈ ਜੀ। Next, payment of honorarium। It is the amount paid to the person who is not regular employee of institution। ਉਹ person ਹੁੰਦਾ ਹੈ ਜਿਹਨੂੰ ਆਪਾਂ ਕੋਈ ਪੇਮੈਂਟ ਕੀਤੀ ਹੈ ਬਟ ਉਹ ਸਾਡੀ ਆਰਗੇਨਾਈਜੇਸ਼ਨ ਦਾ ਇੰਪਲੋਈ ਨਹੀਂ ਹੈਗਾ। ਬੇਸਿਕਲੀ ਆਪਾਂ ਜਿਹੜੇ ਇੰਪਲੋਈਜ਼ ਹੁੰਦੇ ਆ ਉਹਨਾਂ ਨੂੰ ਪੇਮੈਂਟ ਕਰਦੇ ਆ ਨਾ, ਠੀਕ ਹੈ, ਉਹਨਾਂ ਨੂੰ ਸੈਲਰੀ ਵਗੈਰਾ ਦਿੰਦੇ ਆ ਤਾਂ ਉਹ ਸੈਲਰੀਜ਼ ਨੋਟ ਕਰਦੇ ਆ ਕਿ ਇੰਨਾ ਹੀ ਸੈਲਰੀ ਦਿੱਤੀਆਂ। ਬਟ ਇਹ ਪਰਸਨ ਹੈ ਜਿਹੜਾ ਉਹ ਬਿਜ਼ਨਸ ਦਾ ਜਾਂ ਆਪਾਂ ਕਹਿ ਦਈਏ NPO ਦਾ ਕੋਈ ਨੀਅਰ ਡੀਅਰ ਹੋ ਸਕਦਾ ਹੈ, ਨਾ ਕਿ ਸਟਾਫ ਮੈਂਬਰ। ਠੀਕ ਹੈ, payment to an artist for giving performance at the club is an example of honorarium। ਕੋਈ ਵੀ ਪਰਸਨ ਆਇਆ ਮੰਨ ਲਓ ਆਰਗੇਨਾਈਜੇਸ਼ਨ ਦੇ ਵਿੱਚ, ਉਹ ਆ ਕੇ ਕੁਛ ਨਾ ਕੁਛ ਪਰਫਾਰਮੈਂਸ ਕਰਕੇ ਗਿਆ ਤਾਂ ਉਹਨੂੰ ਕੋਈ ਨਾ ਕੋਈ ਪੇਮੈਂਟ ਦਓਗੇ ਨਾ ਉਹਨੂੰ, ਮਤਲਬ ਕੁਛ ਨਾ ਕੁਛ ਉਹਦਾ ਔਨਰ ਕਰੋਗੇ ਨਾ। ਤਾਂ honorarium ਵਰਡ ਹੈ ਜਿਹੜਾ ਉਹ ਔਨਰ ਤੋਂ ਬਣਿਆ ਹੋਇਆ। this payment of honorarium is shown on the expenditure side of income and expenditure। so income and expenditure ਦੀ ਐਕਸਪੈਂਡੀਚਰ ਸਾਈਡ ਹੈ ਇਹਨੂੰ ਸ਼ੋ ਕਰਾਂਗੇ। ਨੈਕਸਟ ਹੈਗਾ ਬੱਚੇ ਇੰਡਾਊਨਮੈਂਟ ਫੰਡ। ਇੰਡਾਊਨਮੈਂਟ ਫੰਡ ਕਿਹੜਾ ਫੰਡ ਹੁੰਦਾ ਹੈ? ਇਟ ਇਜ਼ ਅ ਫੰਡ ਅਰਾਈਜ਼ਿੰਗ ਫਰੋਮ ਬੈਕਸਟ ਔਰ ਗਿਫਟ। ਠੀਕ ਹੈ, ਜਾਂ ਤਾਂ ਕੋਈ ਬੁੱਕੇ ਆਪਾਂ ਕਹਿ ਸਕਦੇ ਹਾਂ, ਬੁੱਕੇ ਵਗੈਰਾ ਜਾਂ ਗਿਫਟ ਦੇ ਲਈ ਹੁੰਦਾ ਇੰਡਾਊਨਮੈਂਟ ਫੰਡ। ਦ ਇਨਕਮ ਆਫ ਵਿਚ ਇਜ਼ ਡਿਵੋਟਡ ਫॉर ਸਪੈਸੀਫਿਕ ਪਰਪਸ। ਤੇ ਜਿਹੜੀ ਇਹਦੀ ਇਨਕਮ ਹੈ ਉਹ ਕਿਸੇ ਸਪੈਸੀਫਿਕ ਪਰਪਸ ਲਈ ਯੂਜ਼ ਕਰਨੀ ਹੈ। ਇਟ ਇਜ਼ ਕੈਪੀਟਲ ਰਸੀਟ ਐਂਡ ਸ਼ੋਨ ਔਨ ਲਾਇਬਿਲਿਟੀ ਸਾਈਡ ਆਫ ਦਾ ਬੈਲੈਂਸ ਸ਼ੀਟ ਐਜ਼ ਐਨ ਆਈਟਮ ਆਫ ਅ ਸਪੈਸੀਫਿਕ ਪਰਪਸ ਫੰਡ। ਤਾਂ ਇਹਨੂੰ ਇੱਕ ਸਪੈਸੀਫਿਕ ਪਰਪਸ ਫੰਡ ਮੰਨ ਕੇ ਆਪਾਂ ਸ਼ੋ ਕਰਦੇ ਹਾਂ ਬੈਲੈਂਸ ਸ਼ੀਟ ਦੀ ਲਾਇਬਿਲਿਟੀ ਸਾਈਡ ਤੇ। ਓਕੇ ਜੀ। ਸੋ ਸੈਕਿੰਡ ਲਾਸਟ ਸਾਡਾ ਗਵਰਨਮੈਂਟ ਗ੍ਰਾਂਟ। ਗਵਰਨਮੈਂਟ ਗ੍ਰਾਂਟ ਦਾ ਕੀ ਮਤਲਬ ਹੁੰਦਾ? ਜਿਹੜਾ ਸਕੂਲ, ਕਾਲਜਿਸ, ਪਬਲਿਕ ਹਸਪੀਟਲ ਐਕਸੈਟਰਾ ਡਿਪੈਂਡ ਅਪੋਨ ਗਵਰਨਮੈਂਟ ਗ੍ਰਾਂਟ for their activities। the recurring grants in the form of maintenance grant is treated as revenue receipt। ਠੀਕ ਹੈ, ਤਾਂ ਇਹਨੂੰ ਕੀ ਕਿਹਾ ਜਾਂਦਾ? ਰੈਵਨਿਊ ਰਿਸੀਟ ਕਿਹਾ ਜਾਂਦਾ। ਐਂਡ credited to income and expenditure account। ਤਾਂ ਕਿੱਥੇ ਕ੍ਰੈਡਿਟ ਕੀਤੇ ਜਾਂਦੇ ਇਹਨੂੰ? ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ। however grant such as building grant are treated as capital। ਹਾਂਜੀ, ਜਿਹੜੀ ਕੋਈ ਸਪੈਸੀਫਿਕ ਪਰਪਸ ਦੀ ਲਈ ਆਪਾਂ ਨੂੰ ਗ੍ਰਾਂਟ ਮਿਲੀ ਹੈ ਤਾਂ ਉਹਨੂੰ ਆਪਾਂ ਉੱਦਾਂ ਹੀ ਕੈਪੀਟਲ ਰਸੀਟ ਹੈ ਜਿਹੜਾ ਮੰਨਾਂਗੇ ਤੇ ਬੈਲੈਂਸ ਸ਼ੀਟ ਦੇ ਵਿੱਚ ਸ਼ੋ ਕਰਾਂਗੇ। ਠੀਕ ਹੈ, ਬਟ ਜੇ ਗ੍ਰਾਂਟ ਸਿੰਪਲੀ ਆ ਰਹੀ ਹੈ ਉਹਦੇ ਨਾਲ ਕੋਈ ਵੀ ਨਾਮ ਮੈਂਸ਼ਨ ਨਹੀਂ ਕਿ ਕਿੱਥੇ ਪੇਮੈਂਟ ਹੋਏਗੀ, ਕਿੱਥੇ ਯੂਜ਼ ਕਰਨੀ ਹੈ ਇਹ ਅਮਾਊਂਟ ਹੈ ਜਿਹੜੀ, ਤਾਂ ਫਿਰ ਅਸੀਂ ਉਹਨੂੰ ਰੈਕਰਿੰਗ ਨੇਚਰ ਦੀ ਮੰਨ ਕੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਸ਼ੋ ਕਰ ਦਿੰਦੇ ਹਾਂ। ਠੀਕ ਹੈ ਜੀ। Next is special funds। the not for profit organization office create special funds for
certain purposes. Activities such as prize funds, match fund, and sport fund, etc. Such funds are invested in securities, and the income earned on such investment is added to the respective fund. ਕਿੱਥੇ ਇਹਨੂੰ ਕਰਦੇ ਆ ਐਡ ਕਰ ਦਿੰਦੇ ਹੁੰਦੇ ਆ ਰਿਸਪੈਕਟਿਵ ਫੰਡਸ ਦੇ ਵਿੱਚ। ਠੀਕ ਹੈ ਜੀ, ਫੰਡ ਨਾਟ ਕ੍ਰੀਏਟਡ ਟੂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਸੋ ਰਿਸਪੈਕਟਿਵ ਫੰਡ ਦੇ ਵਿੱਚ ਭੇਜ ਦਿੰਦੇ ਆ, ਬਟ ਇਹਨਾਂ ਨੂੰ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਸ਼ੋ ਨਹੀਂ ਕਰਾਂਗੇ। ਠੀਕ ਹੈ ਜੀ, ਸਿਮਿਲਰਲੀ ਦ ਐਕਸਪੈਂਸਿਸ ਇਨਕਰਡ ਔਨ ਸੱਚ ਸਪੈਸੀਫਿਕ ਪਰਪਸ ਆਰ ਆਲਸੋ ਡਿਡਕਟਡ ਫਰੋਮ ਸਪੈਸ਼ਲ ਫੰਡ। ਸੋ ਬੇਟਾ ਜਿੱਦਾਂ ਆਪਾਂ ਕਲਾਸ ਦੇ ਵਿੱਚ ਇੱਕ ਕੁਐਸਚਨ ਕੀਤਾ ਸੀਗਾ ਕਿ ਪ੍ਰਾਈਜ਼ ਫੰਡ ਵਾਲਾ, ਸਪੋਰਟਸ ਫੰਡ ਵਾਲਾ, ਕਿ ਜੋ ਵੀ ਇਹਨਾਂ ਦਾ ਟ੍ਰੀਟਮੈਂਟ ਹੈ ਇਹਨਾਂ ਦੇ ਆਪਣੇ ਅਕਾਊਂਟ ਦੇ ਵਿੱਚ ਹੀ ਹੁੰਦਾ ਹੈ, ਤੁਸੀਂ ਇਹਨੂੰ ਇਨਕਮ ਜਾਂ ਐਕਸਪੈਂਡੀਚਰ ਦੇ ਵਿੱਚ ਲੈ ਕੇ ਨਹੀਂ ਜਾ ਸਕਦੇ। ਠੀਕ ਹੈ ਜੀ, ਤਾਂ ਇਹ ਸਪੈਸ਼ਲ ਪਰਪਸ ਫੰਡ ਨੇ ਜਿਹੜੇ ਉਹ ਮੰਨੇ ਜਾਂਦੇ ਹੁੰਦੇ ਨੇ। ਜਿੱਦਾਂ ਦੇਖੋ ਬੱਚੇ, ਪ੍ਰਾਈਜ਼ ਫੰਡ ਹੈ, ਇਹਦਾ ਕੀ ਟ੍ਰੀਟਮੈਂਟ ਹੋਏਗਾ। ਪ੍ਰਾਈਜ਼ ਫੰਡ 80,000, ਪ੍ਰਾਈਜ਼ ਫੰਡ ਇਨਵੈਸਟਮੈਂਟ, ਇਨਕਮ ਫਰੋਮ ਪ੍ਰਾਈਜ਼ ਫੰਡ ਇਨਵੈਸਟਮੈਂਟ, ਪ੍ਰਾਈਜ਼ ਅਵਾਰਡ। ਹੁਣ ਜਦੋਂ ਵੀ ਆਪਾਂ ਇਹਦਾ ਟ੍ਰੀਟਮੈਂਟ ਕਰਾਂਗੇ ਤਾਂ ਇਹ ਕਿੱਥੇ ਜਾਏਗਾ ਟ੍ਰੀਟਮੈਂਟ ਆਪਣਾ, ਇਹ ਬੈਲੈਂਸ ਸ਼ੀਟ ਦੇ ਵਿੱਚ ਜਾਏਗਾ। ਠੀਕ ਹੈ, ਸਭ ਤੋਂ ਪਹਿਲਾਂ ਲਾਇਬਿਲਿਟੀ ਸਾਈਡ ਤੇ ਸ਼ੋ ਕਰਾਂਗੇ ਆਪਾਂ ਜੀ। ਦੇਖੋ ਪ੍ਰਾਈਜ਼ ਫੰਡ, ਠੀਕ ਹੈ, ਇਹਦੇ ਤੋਂ ਇਨਕਮ ਕਿੰਨੀ ਹੋਈ ਹੈ ਇਨਵੈਸਟਮੈਂਟ ਤੋਂ, ਉਹ ਇਹ 'ਚ ਐਡ ਹੋ ਜਾਏਗੀ। ਜਿੰਨੇ ਪੇਮੈਂਟ ਕਰਤੀ ਯਾਨੀ ਕਿ ਅਵਾਰਡ ਕਰਤੀ ਪ੍ਰਾਈਜ਼ਸ, ਉਹ ਕੀ ਹੋਣਗੇ, ਲੈਸ ਕਰਕੇ ਜਿੰਨੀ ਅਮਾਊਂਟ ਆਏਗੀ ਉਹ ਆਪਣੀ ਪ੍ਰਾਈਜ਼ ਫੰਡ ਦੀ ਅਮਾਊਂਟ ਹੈ। ਹਾਂ, ਜੇ ਕੋਈ ਇਨਵੈਸਟਮੈਂਟ ਵਗੈਰਾ ਹੋਈ ਹੈ ਤਾਂ ਉਹ ਕੀ ਕਰਨੀ ਹੈ, ਉਹ ਐਸਟ ਸਾਈਡ ਜਾਏਗੀ। ਇਨਵੈਸਟਮੈਂਟ ਕੀ ਹੁੰਦੀ ਹੈ, ਆਪਣੀ ਆਪਣੀ ਇਨਟੈਂਜੀਬਲ ਐਸਟ ਹੁੰਦੀ ਹੈ। ਸੋ ਬੱਚੇ ਇਹ ਫੰਡਸ ਦਾ ਜਿਹੜਾ ਟ੍ਰੀਟਮੈਂਟ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਨੇ ਕਰਨਾ ਹੈਗਾ। ਠੀਕ ਹੈ, ਇਹਨਾਂ ਦਾ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਇਹਨਾਂ ਦਾ ਕੋਈ ਵੀ ਰੋਲ ਨਹੀਂ ਹੁੰਦਾ। ਸੋ ਇਹਨਾਂ ਦੇ ਡਾਇਰੈਕਟਲੀ ਆਪਣੇ ਅਕਾਊਂਟ ਬਣਦੇ ਆ, ਤੇ ਉਸ ਤੋਂ ਬਾਅਦ ਜਿਹੜਾ ਹੈਗਾ ਬੈਲੈਂਸ ਸ਼ੀਟ ਦੇ ਵਿੱਚ ਇਹਨਾਂ ਦੀ ਪੇਮੈਂਟ ਹੈ ਜਿਹੜੀ ਸ਼ੋ ਹੁੰਦੀ ਹੈ ਸਾਰੀ। ਠੀਕ ਹੈ ਜੀ, ਇਹ ਸਾਰਾ ਥਿਊਰੀ ਪਾਰਟ ਸੀਗਾ ਰਾਜੇ, ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਤੇ ਮੈਂ ਕੁਐਸਚਨ ਵੀ ਦੱਸੇ ਸੀਗੇ। ਆਈ ਹੋਪ ਕਿ ਤੁਸੀਂ ਸੋਲਵ ਕੀਤੇ ਹੋਣਗੇ। ਹੁਣ ਬਾਕੀ ਦੇ ਜਿਹੜੇ ਕੁਐਸਚਨ ਹੈ ਉਹ ਇਸ ਬੇਸਿਸ ਤੇ ਹੋਣਗੇ, ਤੇ ਆਪਾਂ ਉਹਨਾਂ ਨੂੰ ਕਰਕੇ ਦੇਖਾਂਗੇ ਕਲਾਸ ਦੇ ਵਿੱਚ। ਹੁਣ ਜਿਹੜੀ ਤੁਹਾਡੀ ਕਲਾਸ ਹੈ ਅਕਾਊਂਟਸ ਦੀ, ਉਹ ਫਰਾਈਡੇ ਲੱਗੇਗੀ ਰਾਜੇ। ਕੱਲ ਤੇ ਨੈਕਸਟ ਡੇ ਤੁਹਾਡੀ ਕਲਾਸ ਅਕਾਊਂਟ ਤੇ, ਸੌਰੀ ਬਿਜ਼ਨਸ ਸਟੱਡੀ ਤੇ ਇਕਨੋਮਿਕਸ ਦੀ ਲੱਗੇਗੀ। ਠੀਕ ਹੈ, ਠੀਕ ਹੈ ਜੀ, ਸਾਡਾ ਥਿਊਰੀ ਪਾਰਟ ਹੈ ਜਿਹੜਾ ਆਲਮੋਸਟ ਕੰਪਲੀਟ ਹੈ। ਠੀਕ ਹੈ, ਸੋ ਹੁਣ ਆਪਾਂ ਸਾਰੀ ਕੰਸਨਟ੍ਰੇਸ਼ਨ ਕਰਨੀ ਹੈ ਨਿਊਮੈਰੀਕਲਸ ਦੇ ਉੱਪਰ। ਕੋਸ਼ਿਸ਼ ਕਰਿਓ ਵਧੀਆ ਤਰੀਕੇ ਨਾਲ ਸਮਝਣ ਦੀ, ਥਿਊਰੀ ਐਂਡ ਨਿਊਮੈਰੀਕਲ ਦੋਨੋਂ।